Isaiah 61st chapter, first verse. ਇਸ਼ਾਇਆ ਉਸ ਦਾ 61 ਅਧਿਆਇ ਉਸ ਦੀ 1 ਆਇਤ। The Spirit of the Lord God is upon me, ਪ੍ਰਭੂ ਯਹੋਵਾ ਦਾ ਆਤਮਾ ਮੇਰੇ ਉੱਤੇ ਹੈ, because He has anointed me to preach good tidings unto the meek. ਇਸ ਲਈ ਉਸ ਨੇ ਮੈਨੂੰ ਮਸਾ ਕੀਤਾ ਹੈ ਭਈ ਗਰੀਬਾਂ ਨੂੰ He ਖੁਸ਼ਖਬਰੀ has ਸੁਣਾਵਾਂ। sent me to bind up the brokenhearted, ਉਸ ਮੈਨੂੰ ਕੱਲਿਆ ਹੈ ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪਤੀ ਬਣਾ to proclaim liberty to the captives, ਅਤੇ ਬੰਦੂਆਂ ਨੂੰ ਛੁੱਟਣ ਦਾ ਪ੍ਰਚਾਰ ਕਰਾਂ and the opening of the prison to them who are bound. ਅਤੇ ਅਸੀਰਾਂ ਨੂੰ ਖੁੱਲ੍ਹਣ ਦਾ ਪ੍ਰਚਾਰ ਸੁਣਾਵਾਂ। So, my dear friends, ਮੇਰੇ ਪਿਆਰੇ ਮਿੱਤਰੋ, the Spirit of Christ ਮਸੀਹ ਦਾ ਆਤਮਾ is directed towards those who are meek. ਇਹ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਕਿ ਦੀਨ ਜਾਂ ਗਰੀਬ ਹੁੰਦੇ ਹਨ। He has anointed me to preach good tidings unto the meek. ਉਸ ਨੇ ਮੈਨੂੰ ਮਸਾ ਕੀਤਾ ਹੈ ਭਈ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। I do not know if you will characterize yourself as a meek person. ਮੈਂ ਨਹੀਂ ਜਾਣਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਇੱਕ ਦੀਨ ਜਾਂ ਗਰੀਬ ਵਿਅਕਤੀ ਕਰਕੇ ਦੱਸ ਸਕਦੇ ਹੋ ਜਾਂ ਨਹੀਂ। The Bible says, ਬਾਈਬਲ ਦੱਸਦੀ ਹੈ, "Blessed are the meek, for they shall inherit the earth." ਧੰਨ ਹਨ ਉਹ ਜਿਹੜੇ ਦੀਨ ਹਨ ਕਿਉਂਕਿ ਉਹ ਧਰਤੀ ਦੇ ਵਾਰਿਸ ਹੋਣਗੇ। What? ਕੀ? You know, people think ਵੇਖੋ ਲੋਕ ਸੋਚਦੇ ਹਨ if they have a big stoop ਜੇਕਰ ਉਹ ਅੱਗੇ ਦੀ ਵੱਲ ਝੁੱਕ ਕੇ ਤੁਰਦੇ ਹਨ and you are walking like this, you are full of bhakti. ਜੇਕਰ ਤੁਸੀਂ ਇਸ ਤਰ੍ਹਾਂ ਤੁਰਦੇ ਹੋ ਤਾਂ ਤੁਸੀਂ ਪੂਰੀ ਤਰ੍ਹਾਂ ਭਗਤੀ ਨਾਲ ਭਰੇ ਹੋਏ ਹੋ। No, 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 no. ਨਹੀਂ 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 ਨਹੀਂ। So you will see people who say they are Jagat Gurus and others. ਇਸ ਤਰ੍ਹਾਂ ਲੋਕ ਤੁਸੀਂ ਵੇਖੋਗੇ ਜਿਹੜੇ ਆਖਦੇ ਹਨ ਕਿ ਉਹ ਜਗਤ ਗੁਰੂ ਹਨ। Not only do they wear their religion in big stripes, ਸਿਰਫ ਉਹ ਆਪਣੇ ਧਰਮ ਦੇ ਚੋਗੇ ਨੂੰ ਹੀ ਨਹੀਂ ਪਾਉਂਦੇ ਹਨ, you will not find any joy on their faces. ਤੁਸੀਂ ਉਹਨਾਂ ਦੇ ਚਿਹਰੇ ਤੇ ਕੋਈ ਵੀ ਆਨੰਦ ਨਹੀਂ ਵੇਖੋਗੇ। The joy of the Lord shall be your strength. ਯਹੋਵਾ ਦਾ ਆਨੰਦ ਤੁਹਾਡੀ ਤਾਕਤ ਹੋਣਾ ਚਾਹੀਦਾ ਹੈ। Somehow, ਕਿਸੇ ਤਰ੍ਹਾਂ our religion seems to be all upside down. ਸਾਡਾ ਧਰਮ ਪੂਰੀ ਤਰ੍ਹਾਂ ਨਾਲ ਉਲਟਾ ਪੁਲਟਾ ਜਾਪਦਾ ਹੈ। We don't have real meekness like Jesus, ਸਾਡੇ ਕੋਲ ਯਸੂ ਵਰਗੀ ਅਸਲੀ ਦੀਨਤਾ ਨਹੀਂ ਹੁੰਦੀ ਹੈ, but we pretend to be very humble people. ਪਰ ਅਸੀਂ ਬਹੁਤ ਹੀ ਹਲੀਮ ਹੋਣ ਦਾ ਵਿਖਾਵਾ ਕਰਦੇ ਹਾਂ। But so quickly we burst out in flames like Vesuvius, like a big volcano. ਪਰ ਅਸੀਂ ਬਹੁਤ ਹੀ ਜਲਦੀ ਵਿੱਚ ਗੁੱਸੇ ਵਿੱਚ ਆ ਜਾਂਦੇ ਹਾਂ ਜਿਵੇਂ ਕਿ ਇੱਕ ਧਮਾਕਾ ਹੋ I ਗਿਆ ਹੋਵੇ। don't know how many heroes there are here. ਮੈਨੂੰ ਨਹੀਂ ਪਤਾ ਕਿ ਇੱਥੇ ਕਿੰਨੇ ਹੀਰੋ ਬੈਠੇ ਹੋਏ ਹਨ। What kind of heroes? ਕਿਸ ਕਿਸਮ ਦੇ ਹੀਰੋ ਹਨ? Those that box their wives. ਉਹ ਜਿਹੜੇ ਕਿ ਆਪਣੀ ਪਤਨੀ ਨੂੰ ਕੁੱਟਦੇ ਹਨ। Is there anyone here who needs a medal for that? ਕੀ ਇੱਥੇ ਕੋਈ ਇਸ ਤਰ੍ਹਾਂ ਦਾ ਹੈ ਜਿਸ ਨੂੰ ਇਸ ਕੰਮ ਦੇ ਲਈ ਮੈਡਲ ਚਾਹੀਦਾ ਹੈ? What is it to beat a wife? ਇੱਕ ਪਤਨੀ ਨੂੰ ਕੁੱਟ ਕੇ ਤੁਹਾਨੂੰ ਕੀ ਮਿਲੇਗਾ? You know, with one hard stroke, ਵੇਖੋ ਇੱਕ ਦਿਲ ਦਾ ਦੌਰਾ ਜੇ ਪੈ ਗਿਆ a wife may fall down dead. ਤਾਂ ਪਤਨੀ ਉਸੇ ਵੇਲੇ ਮਰ ਸਕਦੀ ਹੈ। But ਪਰ religion which does not teach you meekness ਧਰਮ ਜਿਹੜਾ ਕਿ ਤੁਹਾਨੂੰ ਦੀਨਤਾ ਨਹੀਂ ਸਿਖਾਉਂਦਾ ਹੈ is false religion. ਉਹ ਇੱਕ ਝੂਠਾ ਧਰਮ ਹੈ।
If you think I am a great man, ਜੇਕਰ ਤੁਸੀਂ ਸੋਚੋ ਕਿ ਮੈਂ ਤਾਂ ਇੱਕ ਬਹੁਤ ਵੱਡਾ ਮਨੁੱਖ ਹਾਂ, everybody must look at me, ਹਰ ਕੋਈ ਮੇਰੇ ਵੱਲ ਹੀ ਵੇਖਦਾ ਰਹੇ, then you are a deceiver. ਫਿਰ ਤੁਸੀਂ ਇੱਕ ਧੋਖੇਬਾਜ਼ ਹੋ। See, some months ago, ਵੇਖੋ ਕੁਝ ਮਹੀਨੇ ਪਹਿਲੇ I wanted to praise God that He saved me from death. ਮੈਂ ਪਰਮੇਸ਼ਵਰ ਦੀ ਵਡਿਆਈ ਕਰਨਾ ਚਾਹੁੰਦਾ ਸੀ ਕਿ ਉਸਨੇ ਮੈਨੂੰ ਮੌਤ ਤੋਂ And ਬਚਾਇਆ, even when my heart had stopped, ਅਤੇ ਜਦੋਂ ਮੇਰਾ ਦਿਲ ਬੰਦ ਹੋ ਗਿਆ ਸੀ, how He came and gave me new life. ਕਿਵੇਂ ਉਹ ਆਇਆ ਅਤੇ ਉਸਨੇ ਮੈਨੂੰ ਨਵਾਂ ਜੀਵਨ ਦਿੱਤਾ। So, ਇਸ ਲਈ on the 6th of February last year, ਪਿਛਲੇ ਸਾਲ 6 ਫਰਵਰੀ ਨੂੰ I was completing 80 years. ਮੈਂ 80 ਸਾਲਾਂ ਦਾ ਹੋ ਗਿਆ ਸੀ। అంటే 80 సంవత్సరముల యవనస్తుడను మర్చిపోవద్దు. All right. So 80 years young. ਮੈਂ 80 ਸਾਲਾਂ ਦਾ ਜਵਾਨ ਵਿਅਕਤੀ। So I wanted to praise God. ਮੈਂ ਪਰਮੇਸ਼ਵਰ ਦੀ ਵਡਿਆਈ ਕਰਨਾ ਚਾਹੁੰਦਾ ਸੀ। It was a Sunday. ਇਹ ਐਤਵਾਰ ਦਾ ਦਿਨ ਸੀ। So ਇਸ ਲਈ we said, ਅਸੀਂ ਆਖਿਆ we will thank the Lord. ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ। And of course, many people who had prayed with tears for me, ਅਤੇ ਯਕੀਨਨ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਹੰਝੂ ਵਹਾ ਕੇ ਮੇਰੇ ਲਈ ਦੁਆ ਕੀਤੀ ਸੀ, they wanted to give thanks to God. ਉਹ ਪਰਮੇਸ਼ਵਰ ਨੂੰ ਧੰਨਵਾਦ ਦੇਣਾ ਚਾਹੁੰਦੇ ਸਨ। But I said to the people, ਪਰ ਮੈਂ ਲੋਕਾਂ ਨੂੰ ਆਖਿਆ, I do not want any birthday gift. ਮੈਨੂੰ ਕੋਈ ਵੀ ਜਨਮ ਦਿਨ ਦਾ ਤੋਹਫਾ ਨਹੀਂ ਚਾਹੀਦਾ ਹੈ, So no gifts. ਇਸ ਲਈ ਕੋਈ ਵੀ ਮੇਰੇ ਲਈ ਤੋਹਫਾ ਨਾ ਲਿਆਓ। Even cards are very expensive today. ਇੱਥੋਂ ਤੱਕ ਕਿ ਅੱਜ ਕੱਲ੍ਹ ਤੱਕ ਕਾਰਡ ਵੀ ਬਹੁਤ ਮਹਿੰਗੇ ਹਨ। Birthday cards, ਜਨਮ ਦਿਨ ਦੇ ਕਾਰਡ ਅੱਜ ਕੱਲ੍ਹ ਬਹੁਤ ਜ਼ਿਆਦਾ ਮਹਿੰਗੇ they ਹਨ, are very expensive. ਉਹ ਬਹੁਤ ਜ਼ਿਆਦਾ ਕੀਮਤੀ I ਹਨ। said no birthday cards. ਮੈਂ ਆਖਿਆ ਮੇਰੇ ਲਈ ਕੋਈ ਜਨਮ ਦਿਨ ਦਾ ਕਾਰਡ ਨਹੀਂ ਲਿਆਵੇਗਾ, Give glory to Jesus. ਸਿਰਫ ਯਿਸੂ ਨੂੰ ਮਹਿਮਾ ਦੇ ਦਿਓ, That's enough. ਇੰਨਾ ਹੀ ਕਾਫੀ ਹੈ। So, ਇਸ ਲਈ those that came received a little food packet. ਉਹ ਜਿਹੜੇ ਆਏ ਸਨ ਉਹਨਾਂ ਦੇ ਕੋਲ ਕੁਝ ਥੋੜੇ ਜਿਹੇ ਪੈਕੇਟ ਸਨ, A little packet. ਛੋਟੇ ਛੋਟੇ ਉਹਨਾਂ ਦੇ ਕੋਲ ਪੈਕੇਟ ਸਨ। It will go into a corner of an Andhra stomach. ਇਹ ਆਂਧਰਾ ਦੇ ਇੱਕ ਕਿਸੇ ਪੇਟ ਦੇ ਵਿੱਚ ਕਿਸੇ ਕੋਨੇ ਵਿੱਚ ਚਲੇ ਜਾਣਗੇ। But ਪਰ look, ਵੇਖੋ, look at the difference. ਇਸ ਫਰਕ ਨੂੰ ਵੇਖੋ। When I hear that people say, it's my birthday, ਜਦੋਂ ਮੈਂ ਲੋਕਾਂ ਤੋਂ ਸੁਣਦਾ ਹਾਂ ਜਿਹੜੇ ਆਖਦੇ ਹਨ ਕਿ ਮੇਰਾ ਜਨਮ ਦਿਨ ਹੈ, all of you bring gifts. ਤੁਸੀਂ ਸਾਰੇ ਤੋਹਫੇ ਲੈ ਕੇ ਆਇਓ। And in Andhra, there is a very bad habit. ਅਤੇ ਆਂਧਰਾ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਬੁਰੀ ਆਦਤ ਹੈ। What is that? ਉਹ ਕੀ ਹੈ? If you meet a lady ਜੇਕਰ ਤੁਸੀਂ ਕਿਸੇ ਔਰਤ ਨੂੰ ਮਿਲੋ and you seem to like her, ਅਤੇ ਤੁਸੀਂ ਉਸ ਨੂੰ ਪਸੰਦ ਕਰਦੇ ਹੋ, oh, you buy a costly sari and give it to her. ਉਹ ਤੁਸੀਂ ਉਸ ਲਈ ਇੱਕ ਕੀਮਤੀ ਸਾੜੀ ਖਰੀਦੋ ਅਤੇ ਉਸ ਨੂੰ ਦੇ ਦਿਓ। My wife does not wear costly saris. ਮੇਰੀ ਪਤਨੀ ਕੀਮਤੀ ਸਾੜੀ ਨਹੀਂ ਪਾਉਂਦੀ ਹੈ, So what does she do? ਇਸ ਲਈ ਉਹ ਕੀ ਕਰਦੀ ਹੈ? First she says, don't bring me saris. ਸਭ ਤੋਂ ਪਹਿਲਾਂ ਆਖਦੀ ਹੈ ਕਿ ਮੇਰੇ ਲਈ ਸਾੜੀ ਨਾ ਲੈ ਕੇ ਆਇਓ, And then ਅਤੇ ਫਿਰ she gives away those saris. ਉਹ ਉਹਨਾਂ ਸਾੜੀਆਂ ਨੂੰ ਦੂਜਿਆਂ ਨੂੰ ਦੇ ਦਿੰਦੀ ਹੈ। Now look, my dear friend, ਮੇਰੇ ਪਿਆਰੇ ਮਿੱਤਰੋ, ਵੇਖੋ, you may have a kind heart. ਤੁਹਾਡੇ ਕੋਲ ਇੱਕ ਦਿਆਲੂ ਦਿਲ ਹੋ ਸਕਦਾ ਹੈ, You may have a generous heart. ਤੁਹਾਡੇ ਕੋਲ ਇੱਕ ਦਿਆਲੂ ਦਿਲ ਹੋ ਸਕਦਾ ਹੈ। I am asking you one thing. ਮੈਂ ਤੁਹਾਤੋਂ ਇੱਕ ਗੱਲ ਮੰਗ ਰਿਹਾ ਹਾਂ, What did you do for God? ਤੁਸੀਂ ਪਰਮੇਸ਼ਵਰ ਦੇ ਲਈ ਕੀ ਕੀਤਾ ਹੈ? When a marriage comes, ਜਦੋਂ ਸ਼ਾਦੀ ਦਾ ਸਮਾਂ ਆਉਂਦਾ ਹੈ, people are spending so many lakhs. ਲੋਕ ਬਹੁਤ ਸਾਰੇ ਲੱਖਾਂ ਰੁਪਏ ਖਰਚ ਕਰਦੇ ਹਨ। Now, ਅੱਜ ਕੱਲ we
in this fellowship ਇਸ ਸੰਗਤੀ ਦੇ ਵਿੱਚ spend huge sums to make the word of God available to the people. ਪਰਮੇਸ਼ਵਰ ਦੇ ਵਚਨ ਨੂੰ ਲੋਕਾਂ ਲਈ ਉਪਲਬਧ ਕਰਾਉਣ ਵਾਸਤੇ ਵੱਡਾ ਪੈਸਾ ਖਰਚ ਕੀਤਾ That's ਜਾਂਦਾ our ਹੈ। duty, ਇਹ ਸਾਡਾ ਫਰਜ਼ ਹੈ and we are very glad to do it. ਅਤੇ ਅਸੀਂ ਇਸ ਨੂੰ ਕਰਨ ਦੇ ਲਈ ਬਹੁਤ ਖੁਸ਼ ਹਾਂ। It's not waste of money, ਇਹ ਪੈਸੇ ਦੀ ਬਰਬਾਦੀ ਨਹੀਂ ਹੈ, but ਪਰ the word of God is being scattered in many corners of this world. ਪਰਮੇਸ਼ਵਰ ਦਾ ਵਚਨ ਇਸ ਸੰਸਾਰ ਦੇ ਕਈ ਕੋਨਿਆਂ ਵਿੱਚ ਫੈਲ ਰਿਹਾ ਹੈ। Now, many of you ਤੁਹਾਡੇ ਵਿੱਚੋਂ ਬਹੁਤ ਸਾਰੇ come from families that never sent one missionary. ਅਜਿਹੇ ਪਰਿਵਾਰਾਂ ਤੋਂ ਆਉਂਦੇ ਹਨ ਜਿਨ੍ਹਾਂ ਨੇ ਕਦੇ ਵੀ ਇੱਕ ਵੀ ਮਿਸ਼ਨਰੀ ਨੂੰ ਨਹੀਂ ਭੇਜਿਆ ਹੈ। Some of you have read the Bible. ਤੁਹਾਡੇ ਵਿੱਚੋਂ ਕਈਆਂ ਨੇ ਬਾਈਬਲ ਪੜ੍ਹੀ ਹੈ। The firstborn is mine, says God's word. ਪਰਮੇਸ਼ਵਰ ਦਾ ਵਚਨ ਆਖਦਾ ਹੈ ਕਿ ਪਹਿਲੌਠਾ ਮੇਰਾ ਹੈ, But ਪਰ you said, ਤੁਸੀਂ ਆਖਦੇ ਹੋ oh, this firstborn boy is very clever. ਇਹ ਪਹਿਲੌਠਾ ਤਾਂ ਬਹੁਤ ਹੁਸ਼ਿਆਰ ਹੈ, Let him do M.Tech, ਉਸ ਨੂੰ M.Tech ਕਰਨ ਦਿਓ, B.Tech. B.Tech ਕਰਨ ਦਿਓ। Oh, this boy is useless. ਇਹ ਮੁੰਡਾ ਤਾਂ ਨਿਕੰਮਾ ਹੈ, Is failing 2 times in 8th standard ਉਹ 2 ਵਾਰ 8ਵੀਂ ਵਿੱਚੋਂ ਫੇਲ ਹੋ ਗਿਆ ਹੈ and again 2 times in 9th standard. ਅਤੇ 2 ਵਾਰ ਫਿਰ 9ਵੀਂ ਵਿੱਚੋਂ ਵੀ ਫੇਲ ਹੋ ਗਿਆ ਸੀ। Poor fellow is lacking in brain content. ਇਸ ਦੇ ਕੋਲ ਤਾਂ ਦਿਮਾਗ ਦੀ ਬਹੁਤ ਘਾਟ ਹੈ। All right, we will give him to God's work. ਚਲੋ ਇਹਨੂੰ ਪਰਮੇਸ਼ਵਰ ਦੀ ਸੇਵਾ ਲਈ ਦੇ ਦਿੰਦੇ ਹਾਂ। So I find the quality of many preachers is very poor quality. ਬਹੁਤ ਸਾਰੇ ਪ੍ਰਚਾਰਕਾਂ ਦੀ ਖੂਬੀ ਬਹੁਤ ਜ਼ਿਆਦਾ ਮਾੜੀ ਖੂਬੀ ਹੈ। Now that's very sad. ਇਹ ਤਾਂ ਬੜੇ ਦੁੱਖ ਦੀ ਗੱਲ ਹੈ। A preacher means ਇੱਕ ਪ੍ਰਚਾਰਕ ਦਾ ਅਰਥ ਹੈ he should have the wisdom of God. ਉਸ ਦੇ ਕੋਲ ਪਰਮੇਸ਼ਵਰ ਦੀ ਬੁੱਧੀ ਹੋਣੀ He ਚਾਹੀਦੀ should ਹੈ। be able to speak to the IAS man, to the governor, to the prime minister, ਉਹ ਪ੍ਰਧਾਨ ਮੰਤਰੀ ਸਰਕਾਰੀ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ। to the president. ਰਾਸ਼ਟਰਪਤੀ ਦੇ ਨਾਲ ਵੀ He should be able to see far off. ਉਸ ਨੂੰ ਫਿਰੌਨ ਦੇ ਨਾਲ ਮਿਲਣ ਦੇ ਯੋਗ ਹੋਣਾ ਚਾਹੀਦਾ ਹੈ। That is a true preacher, and those are the preachers that we see in the Bible. ਉਹ ਇੱਕ ਚੰਗਾ ਪ੍ਰਚਾਰਕ ਹੈ ਅਤੇ ਅਸੀਂ ਇਸ ਤਰ੍ਹਾਂ ਦੇ ਪ੍ਰਚਾਰਕਾਂ ਨੂੰ ਹੀ ਬਾਈਬਲ ਦੇ ਵਿੱਚ ਵੇਖਦੇ ਹਾਂ। John the Baptist, ਯਹੂਨਾ ਬਪਤਿਸਮਾ ਦੇਣ ਵਾਲਾ, which college did he go to? ਉਹ ਕਿਹੜੇ ਕਾਲਜ ਦੇ ਵਿੱਚ ਗਿਆ ਸੀ? No college. ਕਿਸੇ ਵੀ ਕਾਲਜ ਦੇ ਵਿੱਚ ਨਹੀਂ। The word of the Lord came to him in the wilderness. ਪਰਮੇਸ਼ਵਰ ਦਾ ਵਚਨ ਉਜਾੜ ਵਿੱਚ ਉਸ ਦੇ ਕੋਲ ਆਇਆ ਸੀ। And did he gather people in a village? ਕੀ ਉਸਨੇ ਪਿੰਡ ਦੇ ਵਿੱਚ ਲੋਕਾਂ ਨੂੰ ਇਕੱਠਾ ਕੀਤਾ? No. ਨਹੀਂ। Did he build halls? ਕੀ ਉਸਨੇ ਹਾਲ ਬਣਾਏ? No. ਨਹੀਂ। Did he have loudspeakers? ਕੀ ਉਸਦੇ ਕੋਲ ਲਾਊਡ ਸਪੀਕਰ ਸੀ? No. ਨਹੀਂ। He had a message from God. ਉਸਦੇ ਕੋਲ ਪਰਮੇਸ਼ਵਰ ਦੇ ਵੱਲੋਂ ਇੱਕ ਸੰਦੇਸ਼ ਸੀ And all Jerusalem ਅਤੇ ਸਾਰੇ ਯਰੂਸ਼ਲਮ ਦੇ ਲਈ and all people from Judea and many parts, ਅਤੇ ਯਹੂਦੀਆ ਅਤੇ ਬਹੁਤ ਸਾਰੇ ਇਲਾਕਿਆਂ ਤੋਂ they went into the wilderness to hear God's word. ਉਹ ਲੋਕ ਉਜਾੜ ਦੇ ਵਿੱਚ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਲਈ ਗਏ ਸਨ And he preached the word of God. ਅਤੇ ਉਸਨੇ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ When the ਕੀਤਾ tax collectors came, ਅਤੇ ਚੁੰਗੀ ਲੈਣ ਵਾਲੇ ਆਏ, he preached to them. ਉਹਨਾਂ ਨੂੰ ਪ੍ਰਚਾਰ ਸੁਣਾਇਆ। When the soldiers came, ਜਦੋਂ ਸਿਪਾਹੀ ਆਏ, he preached to them. ਉਹਨਾਂ ਨੂੰ ਵੀ ਪ੍ਰਚਾਰ ਸੁਣਾਇਆ। When the Pharisees came, the religious leaders, ਜਦੋਂ ਫਰੀਸੀ he ਧਾਰਮਿਕ ਆਗੂ ਆਏ, preached to them. ਉਹਨਾਂ ਨੂੰ ਪ੍ਰਚਾਰ He ਸੁਣਾਇਆ। said, who has warned you to flee from the wrath to come? ਉਸਨੇ ਆਖਿਆ ਕਿ ਕਿੰਨੇ ਤੁਹਾਨੂੰ ਪਰਮੇਸ਼ਵਰ ਦੇ ਕ੍ਰੋਧ ਤੋਂ ਭੱਜਣਾ ਸਿਖਾ ਦਿੱਤਾ। Oh, generation of vipers. ਹੋ ਸੱਪਾਂ ਦੇ ਬੱਚੋ, Look at the authority. ਉਸ ਇਖਤਿਆਰ ਵੱਲ ਵੇਖੋ। And when there was sin in the palace, ਅਤੇ ਜਦੋਂ ਮਹਿਲ ਦੇ ਵਿੱਚ ਪਾਪ ਸੀ, he could tell the king, ਉਹ ਰਾਜੇ ਨੂੰ ਕਹਿ ਸਕਦਾ ਸੀ, what you're doing is unlawful. ਜੋ ਤੂੰ ਕਰ ਰਿਹਾ ਹੈ ਉਹ ਨਜਾਇਜ਼ ਹੈ, ਗਲਤ ਹੈ। You have put away your wife, ਤੂੰ ਆਪਣੀ ਪਤਨੀ ਨੂੰ ਦੂਰ ਕਰ ਦਿੱਤਾ and you ਹੈ have taken your brother's wife. ਅਤੇ ਤੂੰ ਆਪਣੇ ਭਰਾ ਦੀ ਪਤਨੀ ਆਪਣੀ ਬਣਾ ਲਈ ਹੈ। My dear friends, ਮੇਰੇ ਪਿਆਰੇ ਮਿੱਤਰੋ, now that is the preacher with which
the New Testament begins. ਇਹ ਉਹ ਪ੍ਰਚਾਰਕ ਹੈ ਜਿਸ ਦੇ ਨਾਲ ਨਵਾਂ ਨੇਮ ਸ਼ੁਰੂਆਤ ਹੁੰਦਾ ਹੈ। God's word is given to the meek. ਪਰਮੇਸ਼ਵਰ ਦਾ ਵਚਨ ਦੀਨਾਂ ਨੂੰ ਦਿੱਤਾ ਜਾਂਦਾ ਹੈ। God's word is given to the captives. ਪਰਮੇਸ਼ਵਰ ਦਾ ਵਚਨ ਬੰਦੂਆਂ ਨੂੰ ਦਿੱਤਾ ਜਾਂਦਾ ਹੈ। Freedom to those who are in prison. ਉਹਨਾਂ ਦੇ ਲਈ ਆਜ਼ਾਦੀ ਜਿਹੜੇ ਕਿ ਜੇਲ੍ਹ ਦੇ ਵਿੱਚ ਹਨ। Is there anybody in prison here? ਕੀ ਇੱਥੇ ਕੋਈ ਜੇਲ੍ਹ ਦੇ ਵਿੱਚ ਹੈਗਾ? See, I have never been a prisoner, ਵੇਖੋ ਮੈਂ ਕਦੇ ਵੀ ਜੇਲ੍ਹ ਦੇ ਵਿੱਚ ਨਹੀਂ ਗਿਆ ਹਾਂ, but ਪਰ if you enclose me in a little enclosure ਜੇਕਰ ਤੁਸੀਂ ਮੈਨੂੰ ਛੋਟੇ ਕਮਰੇ ਵਿੱਚ ਬੰਦ ਕਰ ਦਿਓ and put me in a cage, in a cell, ਅਤੇ ਮੈਨੂੰ ਇੱਕ ਪਿੰਜਰੇ ਵਿੱਚ ਰੱਖ ਦਿਓ it must be terrible. ਤਾਂ ਇਹ ਬਹੁਤ ਹੀ ਭਿਆਨਕ ਹੋਵੇਗਾ। See, I had an old bicycle, ਵੇਖੋ ਮੇਰੇ ਕੋਲ ਇੱਕ ਪੁਰਾਣੀ ਸਾਈਕਲ ਹੁੰਦੀ ਸੀ and I used to jump on my bicycle and go to my cricket game. ਅਤੇ ਮੈਂ ਆਪਣੀ ਸਾਈਕਲ ਚੁੱਕ ਕੇ ਕ੍ਰਿਕਟ ਖੇਡਣ ਦੇ ਲਈ ਭੱਜ ਜਾਂਦਾ ਹੁੰਦਾ ਸੀ। But ਪਰ if you put me in a cell, ਜੇਕਰ ਤੁਸੀਂ ਮੈਨੂੰ ਇੱਕ ਜੇਲ੍ਹ ਦੇ ਵਿੱਚ ਰੱਖ ਦਿਓ oh, I would say, I want to get out of here. ਮੈਂ ਆਖਾਂਗਾ ਮੈਂ ਇੱਥੋਂ ਬਾਹਰ ਜਾਣਾ ਚਾਹੁੰਦਾ ਹਾਂ। My dear friends, ਮੇਰੇ ਪਿਆਰੇ ਮਿੱਤਰੋ, the devil wants to put you in a prison cell. ਸ਼ੈਤਾਨ ਤੁਹਾਨੂੰ ਜੇਲ੍ਹ ਵਿੱਚ ਪਾਉਣਾ ਚਾਹੁੰਦਾ ਹੈ And the Lord Jesus says, ਅਤੇ ਪ੍ਰਭੂ ਯਿਸੂ ਆਖਦਾ ਹੈ oh, the prison door is open. ਉਹ ਜੇਲ੍ਹ ਦੇ ਬੂਹੇ ਖੁੱਲ ਰਹੇ ਹਨ। I gave my life and opened the prison door. ਮੈਂ ਆਪਣਾ ਜੀਵਨ ਦਿੱਤਾ ਅਤੇ ਜੇਲ੍ਹ ਦੇ ਬੂਹੇ ਖੋਲ ਦਿੱਤੇ। Why are you sitting in prison? ਤੁਸੀਂ ਕਿਉਂ ਜੇਲ੍ਹ ਦੇ ਵਿੱਚ ਬੈਠੇ ਹੋ? Now that is a very big question. ਇਹ ਤਾਂ ਇੱਕ ਬਹੁਤ ਵੱਡਾ ਪ੍ਰਸ਼ਨ ਹੈ। Why are you sitting in prison? ਤੁਸੀਂ ਜੇਲ੍ਹ ਦੇ ਵਿੱਚ ਕਿਉਂ ਬੈਠੇ ਹੋਏ ਹੋ? I don't know what kind of prison. ਮੈਨੂੰ ਨਹੀਂ ਪਤਾ ਕਿਹੜੀ ਜੇਲ੍ਹ ਵਿੱਚ। It may be the prison of infirmity. ਹੋ ਸਕਦਾ ਹੈ ਤੁਹਾਡੀ ਬਿਮਾਰੀ ਦੀ ਜੇਲ੍ਹ ਹੋਵੇ। It may be the prison of addiction. ਹੋ ਸਕਦਾ ਹੈ ਇਹ ਤੁਹਾਡੇ ਲਈ ਇੱਕ ਨਸ਼ੇ ਦੀ ਜੇਲ੍ਹ ਹੋਵੇ। Addiction, that is drugs and other things. ਉਹ ਜੇਲ੍ਹ ਜਿਹੜੀ ਕਿ ਨਸ਼ੇ ਦੀ ਜਾਂ ਕਿਸੇ ਹੋਰ ਚੀਜ਼ ਦੀ ਜੇਲ੍ਹ ਹੋਵੇ। You may be in the prison of bribe taking. ਤੁਸੀਂ ਰਿਸ਼ਵਤ ਲੈਣ ਦੀ ਜੇਲ੍ਹ ਵਿੱਚ ਹੋ ਸਕਦੇ ਹੋ। You may be in the prison of violent action and beating of your wife. ਤੁਸੀਂ ਬੁਰੇ ਕੰਮਾਂ ਜਾਂ ਆਪਣੀ ਪਤਨੀ ਨੂੰ ਮਾਰਨ ਦੀ ਜੇਲ੍ਹ ਦੇ ਵਿੱਚ ਹੋ ਸਕਦੇ ਹੋ। I don't know in what kind of prison you are. ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਬੰਧਨਾਂ ਵਿੱਚ ਹੋ। You may be in the prison of immorality. ਤੁਸੀਂ ਅਨੈਤਿਕਤਾ ਦੇ ਬੰਧਨਾਂ ਵਿੱਚ ਹੋ ਸਕਦੇ ਹੋ। You may be in the prison of lustful eyes. ਤੁਸੀਂ ਲਾਲਸਾ ਦੀਆਂ ਅੱਖਾਂ ਦੀ ਕੈਦ ਵਿੱਚ ਹੋ ਸਕਦੇ ਹੋ। You may be in the prison of covetousness and greed. ਤੁਸੀਂ ਲਾਲਚ ਅਤੇ ਲੋਭ ਦੀ ਜੇਲ੍ਹ ਵਿੱਚ ਹੋ ਸਕਦੇ ਹੋ। I don't know in what prison you are. ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਜੇਲ੍ਹ ਵਿੱਚ ਹੋ। But ਪਰ what does Jesus say? ਪ੍ਰਭੂ ਯਿਸੂ ਕੀ ਆਖਦਾ The ਹੈ? prison door is open. ਜੇਲ੍ਹ ਦੇ ਬੂਹੇ ਖੁੱਲ ਰਹੇ ਹਨ। Why are you sitting in prison? ਤੁਸੀਂ ਫਿਰ ਕਿਉਂ ਜੇਲ੍ਹ ਦੇ ਵਿੱਚ ਬੈਠੇ ਹੋਏ ਹੋ? You know, there are many weeping people. ਵੇਖੋ ਇੱਥੇ ਬਹੁਤ ਸਾਰੇ ਰੋਣ ਵਾਲੇ ਲੋਕ ਹਨ। They are in great sorrow. ਉਹ ਵੱਡੇ ਦੁੱਖ ਦੇ ਵਿੱਚ ਹਨ। There are many oppressed people. ਇੱਥੇ ਬਹੁਤ ਸਾਰੇ ਦਬਾਏ ਹੋਏ ਲੋਕ You ਹਨ। know, oppression in the same family is very hard. ਵੇਖੋ ਇੱਕੋ ਹੀ ਪਰਿਵਾਰ ਦੇ ਵਿੱਚ ਦਬਾਅ ਜਾਂ ਅਤਿਆਚਾਰ ਬਹੁਤ ਮੁਸ਼ਕਿਲ ਹੁੰਦਾ ਹੈ। I had a very loving, praying father and mother. ਮੇਰੇ ਕੋਲ ਮੇਰੇ ਮਾਤਾ ਪਿਤਾ ਮੈਨੂੰ ਬਹੁਤ ਪਿਆਰ ਕਰਨ ਵਾਲੇ ਸਨ। So I never knew oppression. ਇਸ ਲਈ ਮੈਨੂੰ ਦਬਾਅ ਜਾਂ ਅਤਿਆਚਾਰ ਬਾਰੇ ਕੁਝ ਵੀ ਪਤਾ ਨਹੀਂ ਹੈ। I never knew oppression. ਮੈਨੂੰ ਅਤਿਆਚਾਰ ਦੇ ਬਾਰੇ ਕੁਝ ਵੀ ਪਤਾ ਨਹੀਂ। ਪਰ Many people are oppressed. ਬਹੁਤ ਸਾਰੇ ਲੋਕ ਦਬਾਏ ਜਾਂਦੇ ਹਨ। Their sorrows are too much. ਉਹਨਾਂ ਦਾ ਦੁੱਖ ਬਹੁਤ ਵੱਡਾ ਹੈ। Their nerves are shattered. ਉਹਨਾਂ ਦੇ ਮਨ ਟੁੱਟੇ ਹੋਏ ਹਨ। Diabetes sets in. ਉਹਨਾਂ ਨੂੰ ਡਾਇਬੀਟੀਜ਼ ਨੇ ਫੜਿਆ ਹੋਇਆ ਹੈ। Blood pressure takes over. ਬਲੱਡ ਪ੍ਰੈਸ਼ਰ ਉਹਨਾਂ ਤੇ ਹਾਵੀ ਹੋ ਜਾਂਦਾ ਹੈ। Weakness of limbs follows. ਕਮਜ਼ੋਰੀ ਉਹਨਾਂ ਦੇ ਉੱਪਰ ਹਾਵੀ ਹੋ ਜਾਂਦੀ ਹੈ। And mental disorders result. ਅਤੇ ਮਾਨਸਿਕ ਤਣਾਅ ਫਿਰ ਨਤੀਜੇ ਵਜੋਂ ਆ ਜਾਂਦਾ ਹੈ। My dear people, ਮੇਰੇ ਪਿਆਰੇ ਮਿੱਤਰੋ, but ਪਰ
Jesus says, ਪ੍ਰਭੂ ਯਿਸੂ ਆਖਦਾ ਹੈ, the Spirit which is upon me is to declare ਆਤਮਾ ਜੋ ਮੇਰੇ ਉੱਤੇ ਹੈ freedom. ਉਹ ਇਹ ਘੋਸ਼ਣਾ ਕਰਨ ਦੇ ਲਈ ਹੈ ਕਿ ਤੁਹਾਨੂੰ ਆਜ਼ਾਦੀ ਮਿਲ ਗਈ ਹੈ To all that are bound. ਉਸ ਸਭ ਦੇ ਲਈ ਜੋ ਬਣਿਆ ਹੋਇਆ ਹੈ। Now, my dear friends, ਮੇਰੇ ਪਿਆਰੇ ਮਿੱਤਰੋ, I am coming to the heart of my message here. ਮੈਂ ਇੱਥੇ ਆਪਣੇ ਸੰਦੇਸ਼ ਦੇ ਕੇਂਦਰ ਵਿੱਚ ਆ ਰਿਹਾ ਹਾਂ। 4th verse. ਉਸ ਦੀ ਚੌਥੀ ਆਇਤ, And they shall build the old wastes. ਅਤੇ ਉਹ ਪ੍ਰਾਚੀਨ ਬਰਬਾਦੀਆਂ ਨੂੰ ਬਣਾਉਣਗੇ। They shall raise up the former desolations. ਉਹ ਪਹਿਲੇ ਵੀਰਾਨਿਆਂ ਨੂੰ ਉਸਾਰਨਗੇ। They shall repair the waste cities, ਉਹ ਬਰਬਾਦ ਸ਼ਹਿਰਾਂ ਦੀ ਮੁਰੰਮਤ ਕਰਨਗੇ। the desolations of many generations. ਅਤੇ ਬਹੁਤ ਪੀੜ੍ਹੀਆਂ ਦੀਆਂ ਵੀਰਾਨੀਆਂ ਨੂੰ ਮੁਰੰਮਤ ਕਰਨਗੇ। That's the Spirit of Christ. ਇਹ ਮਸੀਹ ਦਾ ਆਤਮਾ ਹੈ। My dear friends, ਮੇਰੇ ਪਿਆਰੇ ਮਿੱਤਰੋ, I said, ਮੈਂ ਆਖਿਆ I want to see that village. ਮੈਂ ਇਸ ਤਰ੍ਹਾਂ ਦੇ ਪਿੰਡਾਂ ਨੂੰ ਵੇਖਣਾ ਚਾਹੁੰਦਾ ਹਾਂ। So after some meetings, ਇਸ ਲਈ ਕੁਝ ਮੀਟਿੰਗਾਂ ਤੋਂ I ਬਾਅਦ went to a little village not far from here, ਮੈਂ ਇੱਥੋਂ ਇੱਕ ਪਿੰਡ ਵਿੱਚ ਗਿਆ ਜਿਹੜਾ ਜ਼ਿਆਦਾ ਦੂਰ ਨਹੀਂ ਸੀ, outside Bapatla. ਇਸ ਸ਼ਹਿਰ ਤੋਂ ਬਾਹਰ। And when I walked into that village, ਅਤੇ ਜਦੋਂ ਮੈਂ ਉਸ ਪਿੰਡ ਦੇ ਵਿੱਚ ਗਿਆ, the poor hovels there, the huts there, ਉੱਥੇ ਗਰੀਬ ਚੌਂਪੜੀਆਂ ਜਿਹੜੀਆਂ ਸਨ, there was not even a proper road. ਉੱਥੇ ਕੋਈ ਸਹੀ ਚੰਗੀ ਸੜਕ ਵੀ ਨਹੀਂ ਸੀ। And ਅਤੇ I said, how many centuries did these people live like this? ਮੈਂ ਆਖਿਆ ਕਿ ਕਿੰਨੀਆਂ ਸਦੀਆਂ ਤੋਂ ਇਹ ਲੋਕ ਇਸੇ ਤਰ੍ਹਾਂ ਹੀ ਰਹਿ ਰਹੇ ਹਨ। And the landlords for whom they work, ਅਤੇ ਮਾਲਕ ਜਿਸ ਦੇ ਲਈ ਉਹ ਕੰਮ ਕਰਦੇ ਹੁੰਦੇ ਸਨ, they are sitting in the parliament or they are in the legislative assembly. ਉਹ ਪਾਰਲੀਮੈਂਟ ਵਿੱਚ ਜਾਂ ਸਰਕਾਰੀ ਅਹੁਦਿਆਂ ਤੇ ਬੈਠੇ ਹੋਏ ਹਨ। And here are these people, ਅਤੇ ਇੱਥੇ ਉਹ ਲੋਕ ਹਨ, generation after generation, ਇਹ ਪੀੜ੍ਹੀਆਂ ਤੋਂ ਪੀੜ੍ਹੀ ਤੱਕ just oppressed, ਇਹ ਅਤਿਆਚਾਰ ਦੇ ਹੇਠ ਦਬਾਏ ਗਏ ਹਨ। getting a little coolie for a few days, ਅਤੇ ਕੁਝ ਦਿਨਾਂ ਦੇ ਲਈ ਉਹਨਾਂ ਨੂੰ ਮਜ਼ਦੂਰੀ ਮਿਲਦੀ ਹੈ drinking away the money. ਅਤੇ ਉਹ ਉਹਨਾਂ ਦਾ ਪੈਸਾ ਪੀ ਰਹੇ ਹਨ। Like that, ਇਸੇ ਤਰ੍ਹਾਂ ਹੀ you can see millions of people. ਤੁਸੀਂ ਬਹੁਤ ਸਾਰੇ ਲੋਕਾਂ ਨੂੰ ਵੇਖ ਸਕਦੇ ਹੋ। My dear people, ਮੇਰੇ ਪਿਆਰੇ ਮਿੱਤਰੋ, people do not want to even speak what is in their heart. ਲੋਕ ਜੋ ਉਸਨਾਂ ਦੇ ਦਿਲ ਵਿੱਚ ਹੈ ਉਸ ਨੂੰ ਬੋਲਣਾ ਵੀ ਨਹੀਂ ਚਾਹੁੰਦੇ ਹਨ। They are afraid. ਉਹ ਡਰਦੇ ਹਨ। Oh, we should not say these things. ਉਹ ਸਾਨੂੰ ਇਹ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ ਹਨ। See, my officer wants 2 lakhs for this transfer. ਵੇਖੋ, ਮੇਰਾ ਅਧਿਕਾਰੀ ਇਸ ਟ੍ਰਾਂਸਫਰ ਦੇ ਲਈ 2 ਲੱਖ ਮੰਗ ਰਿਹਾ ਹੈ, But I should not talk about this. ਲੇਕਿਨ ਮੈਨੂੰ ਇਸ ਦੇ ਬਾਰੇ ਗੱਲ ਨਹੀਂ ਕਰਨੀ ਹੈ। If I talk, I will lose my job. ਜੇਕਰ ਮੈਂ ਇਸ ਤਰ੍ਹਾਂ ਗੱਲ ਕਰਾਂ ਤਾਂ ਮੇਰੀ ਨੌਕਰੀ ਚਲੀ ਜਾਏਗੀ। So, ਇਸ ਲਈ people have become dumb dogs. ਲੋਕ ਗੂੰਗੇ ਕੁੱਤੇ ਬਣ ਗਏ ਹਨ। The Bible says ਬਾਈਬਲ ਆਖਦੀ ਹੈ, that their watchmen are blind. ਉਹਨਾਂ ਦੇ ਪਹਿਰੇਦਾਰ ਅੰਨੇ ਹਨ। All right, you want a watchman for your company? ਕੀ ਤੁਹਾਨੂੰ ਤੁਹਾਡੀ ਕੰਪਨੀ ਦੇ ਲਈ ਪਹਿਰੇਦਾਰ ਚਾਹੀਦਾ ਹੈ? So you select a blind man and say, you keep watch. ਅਤੇ ਤੁਸੀਂ ਇੱਕ ਅੰਨੇ ਨੂੰ ਚੁਣ ਕੇ ਕਹਿੰਦੇ ਹੋ, ਬਈ ਤੂੰ ਪਹਿਰਾ ਦਿਆ ਕਰੀ। Or you say, hey, I want an early warning if terrorists come. ਜਾਂ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਜੇਕਰ ਕੋਈ ਅੱਤਵਾਦੀ ਆ ਜਾਏ ਤਾਂ ਮੈਨੂੰ ਦੱਸ ਦੇਈਂ। So, ਇਸ ਲਈ let me find a dumb dog ਮੈਂ ਇੱਕ ਗੂੰਗਾ ਕੁੱਤਾ ਲੱਭਾਂਗਾ and I will put him at the gate. ਅਤੇ ਮੈਂ ਉਸ ਨੂੰ ਗੇਟ ਦੇ ਉੱਪਰ ਬਿਠਾ ਦਿਆਂਗਾ। My dear friends, ਮੇਰੇ ਪਿਆਰੇ ਮਿੱਤਰੋ, would you do that? ਕੀ ਤੁਸੀਂ ਇਸ ਤਰ੍ਹਾਂ ਕਰੋਗੇ? Of course not. ਨਹੀਂ, ਤੁਸੀਂ ਨਹੀਂ ਕਰੋਗੇ। A mother is very watchful. ਇੱਕ ਮਾਤਾ ਬਹੁਤ ਜ਼ਿਆਦਾ ਧਿਆਨ ਰੱਖਦੀ A ਹੈ। father is very watchful. ਇੱਕ ਪਿਤਾ ਬਹੁਤ ਜ਼ਿਆਦਾ ਧਿਆਨ ਰੱਖਦਾ ਹੈ।
They do not want their children to get into trouble. ਉਹ ਨਹੀਂ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਮੁਸ਼ਕਿਲ ਵਿੱਚ ਪੈ ਜਾਣ। But ਪਰ when a whole country is in trouble, ਜਦੋਂ ਪੂਰਾ ਦੇਸ਼ ਹੀ ਸਮੱਸਿਆ ਵਿੱਚ ਆ ਜਾਂਦਾ when the ਹੈ, whole world is in trouble, ਜਦੋਂ ਪੂਰਾ ਸੰਸਾਰ ਪਰੇਸ਼ਾਨੀ ਵਿੱਚ ਹੁੰਦਾ ਹੈ, the watchmen are blind. ਤਾਂ ਪਹਿਰੇਦਾਰ ਅੰਨਾ ਪਿਆ ਹੈ। The watchmen are dumb dogs. ਪਹਿਰੇਦਾਰ ਤਾਂ ਗੂੰਗੇ ਕੁੱਤੇ ਬਣੇ ਹੋਏ ਹਨ। Who are these watchmen? ਇਹ ਪਹਿਰੇਦਾਰ ਕੌਣ ਹਨ? Christian leaders. ਇਹ ਮਸੀਹੀ ਆਗੂ ਹਨ, People like me. ਮੇਰੇ ਵਰਗੇ ਲੋਕ ਹਨ, Dumb dogs. ਗੂੰਗੇ ਕੁੱਤੇ ਹਨ, Blind watchmen. ਅੰਨੇ ਪਹਿਰੇਦਾਰ ਹਨ। What good will I do to you or your family? ਮੈਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਕੀ ਭਲਾ ਕਰਾਂਗਾ? Nothing. ਕੁਝ ਵੀ ਨਹੀਂ। I will only try to fill my pocket. ਮੈਂ ਤਾਂ ਸਿਰਫ ਆਪਣੀ ਜੇਬ ਭਰਨ ਦੀ ਕੋਸ਼ਿਸ਼ ਕਰਾਂਗਾ। What a curse. ਕਿੰਨੇ ਸ਼ਰਾਪ ਦੀ ਗੱਲ ਹੋਵੇਗੀ। Fill your pocket ਆਪਣੀ ਜੇਬ ਨੂੰ ਹੀ ਭਰਨਾ, when souls are dying? ਜਦੋਂ ਆਤਮਾਵਾਂ ਮਰ ਰਹੀਆਂ ਹਨ। Is that the Spirit of Christ? ਕੀ ਇਹ ਮਸੀਹ ਦਾ ਆਤਮਾ ਹੈ? No. ਨਹੀਂ। You must be careful. ਤੁਹਾਨੂੰ ਸਾਵਧਾਨ ਹੋਣਾ ਚਾਹੀਦਾ ਹੈ। What is the spirit which is in you? ਤੁਹਾਡੇ ਅੰਦਰ ਕਿਸ ਤਰ੍ਹਾਂ ਦਾ ਆਤਮਾ ਹੈ? Many of you are young. ਤੁਹਾਡੇ ਵਿੱਚੋਂ ਬਹੁਤ ਸਾਰੇ ਜਵਾਨ ਹਨ। God has given you understanding. ਪਰਮੇਸ਼ਵਰ ਨੇ ਤੁਹਾਨੂੰ ਸਮਝ ਦਿੱਤੀ ਹੈ। If you want to sit in your own prison, ਜੇਕਰ ਤੁਸੀਂ ਆਪਣੀ ਹੀ ਜੇਲ੍ਹ ਵਿੱਚ ਬੈਠੇ ਰਹਿਣਾ the ਚਾਹੁੰਦੇ ਹੋ, prison of lust, ਤੁਹਾਡੀ ਇਸ ਲਾਲਸਾ ਦੀ ਜੇਲ੍ਹ the ਵਿੱਚ, prison of greed, ਤੁਹਾਡੀ ਇਸ ਲਾਲਚ ਦੀ ਜੇਲ੍ਹ ਵਿੱਚ, the prison of unrighteousness. ਇਸ ਕੁਦਰਮ ਦੀ ਜੇਲ੍ਹ ਦੇ ਵਿੱਚ, My dear friends, ਮੇਰੇ ਪਿਆਰੇ ਮਿੱਤਰੋ, Jesus says, ਪ੍ਰਭੂ ਯਿਸੂ ਨੇ ਆਖਿਆ, come out of this prison. ਇਸ ਜੇਲ੍ਹ ਤੋਂ ਬਾਹਰ ਆ ਜਾਓ। I love you. ਮੈਂ ਤੁਹਾਨੂੰ ਪਿਆਰ I ਕਰਦਾ have ਹਾਂ। opened the prison door. ਮੈਂ ਜੇਲ੍ਹ ਦੇ ਬੂਹੇ ਖੋਲ ਦਿੱਤੇ My ਹਨ। body was rent, ਮੇਰਾ ਸਰੀਰ ਤੋੜਿਆ ਗਿਆ ਸੀ, and by the rending of my body, I opened the prison door. ਅਤੇ ਮੇਰੇ ਸਰੀਰ ਨੂੰ ਤੋੜਨ ਦੇ ਦੁਆਰਾ ਮੈਂ ਜੇਲ੍ਹ ਦੇ ਬੂਹਿਆਂ ਨੂੰ ਖੋਲ ਦਿੱਤਾ ਸੀ। You rise up. ਤੁਸੀਂ ਉੱਠ ਖੜੇ ਹੋਵੋ, You come out. ਤੁਸੀਂ ਬਾਹਰ ਆ ਜਾਓ, You build the waste places. ਤੁਸੀਂ ਵੀਰਾਨ ਜਗ੍ਹਾ ਦਾ ਨਿਰਮਾਣ And ਕਰੋ। the Bible says, ਅਤੇ ਬਾਈਬਲ ਆਖਦੀ ਹੈ, the land shall be as. ਅਤੇ ਇਹ ਜਗ੍ਹਾ ਉਸੇ ਤਰ੍ਹਾਂ ਬਣ ਜਾਵੇਗੀ। Let us pray. ਆਓ ਅਸੀਂ ਪ੍ਰਾਰਥਨਾ ਕਰੀਏ। Let us pray. ਆਓ